ਸਾਡੀ ਜੋ ਆਰਾਧਨਾ ਹੁੰਦੀ ਆ ਹਰ ਇੱਕ ਵੀਰਵਾਰ 7 ਵਜੇ ਔਰ ਐਤਵਾਰ ਨੂੰ 12 ਵਜੇ ਆਸ਼ਰਮ ਦੇ ਵਿੱਚ, ਔਰ ਇੱਕ ਵੀਰਵਾਰ ਇੱਥੇ ਹੋਇਆ ਕਰੇਗੀ, ਇੱਕ ਆਸ਼ਰਮ ਦੇ ਵਿੱਚ ਹੋਇਆ ਕਰੇਗੀ। ਔਰ ਆਓ ਤੇ ਬਰਕਤ ਪਾਓ, ਠੀਕ ਆ। ਔਰ ਜੋ ਅਸੀਂ ਇੱਥੇ ਜੋ ਖੁਦਾ ਦਾ ਕਲਾਮ ਹੁੰਦਾ, ਜੋ ਸੌਂਗ ਹੁੰਦੇ ਆ, ਉਸ ਨੂੰ YouTube ਦੇ ਉੱਤੇ ਵੀ ਪਾਇਆ ਜਾਂਦਾ ਆ। OYS ਕਰਕੇ ਇੱਕ ਚੈਨਲ ਹੈ ਜੋਰਡਨ ਨੇ ਤਿਆਰ ਕੀਤਾ ਆ, ਔਰ ਉਸ ਨੂੰ ਸੁਣੋ ਜਾ ਕੇ, ਖੁਦਾ ਦੇ ਕਲਾਮ ਨੂੰ ਬਾਰ-ਬਾਰ ਸੁਣੋ, ਆਰਾਧਨਾ ਨੂੰ ਸੁਣੋ, ਤਾਂ ਤੁਸੀਂ ਬਲੈਸਡ ਹੋਵੋਗੇ, ਬੰਧਨ ਟੁੱਟਣਗੇ, ਠੀਕ ਆ। ਟੈਸਟਮਨੀਜ਼ ਆਉਣਗੀਆਂ, ਕਿਉਂਕਿ ਜੋ ਅੱਜ ਦਾ ਕਲਾਮ ਮੈਂ ਦੱਸਣ ਜਾ ਰਿਹਾ ਨਾ, ਇਹੀ ਹੈ। ਜੇ ਪੁਰਾਣਾ ਵੀਰਵਾਰ ਦਾ ਜੇ ਤੁਸੀਂ ਕਲਾਮ ਸੁਣਿਆ ਆ, ਤੇ ਉਸ ਦਾ ਅੱਗੇ ਹੈ ਕਿ ਅਸੀਂ ਪਿਛਲੇ ਐਤਵਾਰ ਸੁਣਿਆ ਸੀਗਾ ਕਿ ਕਿ ਸ਼ੈਤਾਨ ਕਿਸ ਤਰ੍ਹਾਂ ਇਸ ਧਰਤੀ 'ਤੇ ਕੰਮ ਕਰਦਾ ਆ। ਉਹ ਇਸ ਧਰਤੀ ਦਾ ਰਾਜਾ ਬਣਿਆ ਬੈਠਾ ਆ, ਪ੍ਰਿੰਸ ਉਹ ਕਹਿੰਦੇ ਆ ਬਾਈਬਲ 'ਚ। ਯਿਸੂ ਉਹਨੂੰ ਕਹਿੰਦਾ ਕਿ ਇਸ ਵਰਡ ਦਾ ਪ੍ਰਿੰਸ ਆ ਰਿਹਾ ਆ, ਠੀਕ ਹੈ। ਔਰ ਉਹਨੇ ਵਰਡ ਨੂੰ ਐਦਾਂ ਕਿ ਆਪਣੇ ਜਾਲ 'ਚ ਫਸਾਇਆ ਹੋਇਆ ਨਾ, ਤੇ ਵਰਡ ਜੇ ਨਿਕਲਣਾ ਵੀ ਚਾਹਵੇ ਤੇ ਉਹ ਨਹੀਂ ਨਿਕਲ ਪਾਉਂਦਾ। ਪਰ ਅੱਜ ਬਾਈਬਲ ਦੇ ਵਿੱਚੋਂ ਅਸੀਂ ਇਹਨੂੰ ਦੇਖਾਂਗੇ ਕਿ ਨਿਕਲਣਾ ਕਿੱਦਾਂ ਆ, ਕਿਉਂਕਿ ਨਾ ਸ਼ਕਤੀ ਨਾ ਬਲ ਨਾ, ਪਰ ਆਤਮਾ ਦੇ ਦੁਆਰਾ, ਵਚਨ ਦੇ ਦੁਆਰਾ। ਕਿਉਂਕਿ ਬਾਈਬਲ 'ਚ ਲਿਖਿਆ ਆ ਕਿ ਜਿਹੜਾ ਵਚਨ ਮੈਂ ਬੋਲਦਾ ਆ ਉਹ ਕੀ ਆ? ਆਤਮਾ, ਉਹ ਸਪਿਰਿਟ, ਤੇ ਕੀ ਆ? ਲਾਈਫ ਹੈ। ਪਰ ਜਦੋਂ ਤੁਸੀਂ ਉਹ ਵਚਨ ਸੁਣੋਗੇ ਤਾਂ ਉਹ ਸਪਿਰਿਟ ਬਣ ਕੇ, ਉਹ ਆਤਮਾ ਦੇ ਲਾਈਫ ਬਣ ਕੇ ਤੁਹਾਡੀ ਜ਼ਿੰਦਗੀ 'ਚ ਕੰਮ ਕਰੇਗਾ। ਇਸ ਲਈ ਵਚਨ ਸੁਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਆਰਾਧਨਾ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਕਿਸ ਵਕਤ ਸਪਿਰਿਟ ਨੇ ਤੁਹਾਡੇ ਅੰਦਰ ਕੰਮ ਕਰਨਾ ਹੈ ਤੁਹਾਨੂੰ ਆਪ ਨਹੀਂ ਪਤਾ ਲੱਗਣਾ। ਹਾਲੇਲੂਇਆ। ਇਸ ਲਈ ਕਲਾਮ ਨੂੰ ਸੁਣਨਾ, ਕਿਉਂਕਿ ਕਲਾਮ ਦੇ ਵਿੱਚ ਅਸਲੀ ਬਰਕਤ ਹੈ। ਪਰਮੇਸ਼ਰ, ਅਸੀਂ ਸੋਚਦੇ ਹਾਂ ਕਿ ਉਹਨੇ ਖਰੇ ਉੱਪਰੋਂ ਸੁੱਟ ਦੇਣਾ ਆ। ਨੋ, ਯਹੂਨਾ ਦੀ ਅੰਜੀਲ ਦੇ ਵਿੱਚ ਪਹਿਲੇ ਅਧਿਆਇ 'ਚ ਲਿਖਿਆ ਕਿ ਵਰਡ ਦੇ ਦੁਆਰਾ ਸਭ ਕ੍ਰੀਏਟ ਹੋਇਆ। ਪਰਮੇਸ਼ਵਰ ਨੇ ਵਚਨ ਦੇ ਦੁਆਰਾ ਸਭ ਬਣਾਇਆ, ਤੇ ਤੁਸੀਂ ਤੇ ਮੈਂ ਵੀ ਆਪਣੀ ਲਾਈਫ ਵਚਨ ਦੇ ਨਾਲ ਬਣਾਉਣੀ ਹੈ। ਜੇ ਸ਼ੈਤਾਨ ਡਰਦਾ ਆ ਤੇ ਉਹ ਡਰਦਾ ਆ ਕਲਾਮ ਤੋਂ, ਬਸ ਹੋਰ ਕਿਸੇ ਤੋਂ ਨਹੀਂ ਡਰਦਾ। ਜੇ ਵਚਨ ਪੜ੍ਹਨ ਵਾਲੇ ਆ, ਯਿਸੂ ਨੂੰ ਦੇ ਸਾਹਮਣੇ ਵੀ ਉਹ ਆ ਗਿਆ, ਪਰਮੇਸ਼ਵਰ ਦੇ ਪੁੱਤਰ ਦੇ ਸਾਹਮਣੇ ਉਹ ਆ ਗਿਆ, ਉਹਨੂੰ ਪਰਖਣ ਦੇ ਲਈ। ਤੇ ਫਿਰ ਤੁਸੀਂ ਤੇ ਮੈਂ ਕੀ ਹਾਂ? ਤੁਸੀਂ ਤੇ ਮੈਂ, ਤੁਸੀਂ ਤੇ ਕੀ ਤੁਸੀਂ ਉਸ ਦੀਆਂ ਚਲਾਕੀਆਂ ਨੂੰ ਸਮਝ ਲਓਗੇ? ਫਿਰ ਜਿਹੜਾ ਪਰਮੇਸ਼ਵਰ ਦੇ ਪੁੱਤਰ ਦੇ ਅੱਗੇ ਚਲੇ ਗਿਆ ਉਹਨੂੰ ਪਰਖਣ ਦੇ ਲਈ, ਤੇ ਤੁਸੀਂ ਤੇ ਮੈਂ ਤਾਂ ਉਹਦੇ ਸਾਹਮਣੇ ਕੁਛ ਵੀ ਨਹੀਂ ਹੈ। ਉਹ ਇੰਨਾ ਕੁ ਚਲਾਕ ਹੈ, ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਉਹਨੇ ਕਦੋਂ ਤੁਹਾਨੂੰ ਫਸਾ ਲਿਆ। ਬਾਈਬਲ 'ਚ ਇੱਕ ਜਗ੍ਹਾ ਦੇ ਉੱਤੇ ਯਿਸੂ ਪਤਰਸ ਨੂੰ ਕਹਿੰਦਾ, ਹੈ ਸ਼ੈਤਾਨ ਮੇਰੇ ਕੋਲੋਂ ਦੂਰ ਹੋ ਜਾ, ਜਦੋਂ ਉਹਨੂੰ ਰੋਕਦਾ ਪਿਆ ਸੀ। ਨਹੀਂ ਤੂੰ ਨਹੀਂ, ਕਰੂਸ ਤੇ ਨਹੀਂ ਜਾਣਾ। ਕੀ ਯਿਸੂ ਪਤਰਸ ਨੂੰ ਡਾਂਟ ਰਿਹਾ ਸੀ? ਨਹੀਂ, ਉਹਦੇ ਅੰਦਰ ਜੋ ਯੂਜ਼ ਉਹਨੂੰ ਕਰ ਰਿਹਾ ਸੀ ਉਹਨੂੰ ਡਾਂਟ ਰਿਹਾ ਸੀ, ਕਿਉਂਕਿ ਯਿਸੂ ਨੂੰ ਸਭ ਪਤਾ ਸੀ। ਉਹ ਯਿਸੂ ਪਤਰਸ ਨੂੰ ਕਹਿੰਦਾ ਕਿ ਸ਼ੈਤਾਨ ਨੇ ਤੈਨੂੰ ਮੰਗ ਲਿਆ ਆ, ਪਰ ਮੈਂ ਪ੍ਰਾਰਥਨਾ ਕਰਦਾ ਹਾਂ। ਹਾਲੇਲੂਇਆ। ਸੋ ਜਦੋਂ ਅਸੀਂ ਖੁਦਾ ਦੀ ਆਰਾਧਨਾ ਦੇ ਵਿੱਚ ਆਉਂਦੇ ਹਾਂ, ਵਰਸ਼ਿਪ ਕਰਦੇ ਹਾਂ, ਉਹਦੇ ਕਲਾਮ ਨੂੰ ਸੁਣਦੇ ਹਾਂ, ਸਾਨੂੰ ਸ਼ੈਤਾਨ ਦੀਆਂ ਚਲਾਕੀਆਂ ਸਮਝ ਆਉਂਦੀਆਂ। ਇਹੀ ਮੈਂ ਪਿਛਲੇ ਵੀਰਵਾਰ ਅਸੀਂ ਸ਼ੇਅਰ ਕੀਤਾ ਸੀਗਾ। ਜੇ ਨਹੀਂ ਸੁਣਿਆ, YouTube ਦੇ ਉੱਤੇ ਜਾ ਕੇ ਉਹਨੂੰ ਸੁਣਿਓ, ਕਿਉਂਕਿ ਉਹਦੇ ਅੱਗੇ ਹੁਣ ਅਸੀਂ ਜਾਣਾ ਹੈ, ਠੀਕ ਹੈ। ਹਾਲੇਲੂਇਆ। ਸਭ ਤੋਂ ਪਹਿਲੇ ਮੈਂ ਨਾ ਜੱਜਸ ਦੀ ਕਿਤਾਬ ਕੱਢੋ, ਨਿਆਂਇਆਂ ਦੀ ਪੋਥੀ, ਉਹਦਾ 14 ਅਧਿਆਇ, ਉਹਦੀ 14 ਆਇਤ ਨੂੰ ਪੜਾਂਗੇ ਜਲਦੀ। ਨਿਆਂਇਆਂ ਦੀ ਪੋਥੀ 14 ਅਧਿਆਇ, ਉਹਦੀ 14 ਆਇਤ ਨੂੰ ਪੜਾਂਗੇ ਅਸੀਂ। ਹਾਲੇਲੂਇਆ। ਮਾਈਕ ਲੈ ਕੇ ਪੜੋ ਪਲੀਜ਼। ਹਾਲੇਲੂਇਆ। ਖਾਣ ਵਾਲੇ ਦੇ ਮੂੰਹ ਦੇ ਵਿੱਚੋਂ ਖਾਣਾ, ਪੜਿਓ ਫਿਰ,
पंजाबी च पढ़ियो कोई है ना ਤਾਂ ਉਹਨੇ ਆਖਿਆ, ਖਾਣ ਵਾਲੇ ਵਿੱਚੋਂ ਭੋਜਨ ਨਿਕਲਿਆ ਅਤੇ ਤਕੜੇ ਵਿੱਚੋਂ ਮਿਠਾਸ, ਅਤੇ ਉਹ 3 ਦਿਨਾਂ ਵਿੱਚ ਇਸ ਬੁਝਾਰਤ ਨੂੰ ਨਾ ਬੁੱਝ ਸਕੇ। ਇੱਥੇ ਕੀ ਹੋਇਆ, ਜਦੋਂ ਸੈਮਸਨ ਤੁਰਿਆ ਜਾਂਦਾ ਸੀ ਉਹਨੂੰ ਰਾਹ ਦੇ ਵਿੱਚ ਸ਼ੇਰ ਮਿਲਦਾ, ਔਰ ਉਹ ਸ਼ੇਰ ਨੂੰ ਪਾੜ ਕੇ, ਕਿਉਂਕਿ ਉਹਦੇ ਅੰਦਰ ਤਾਕਤ ਇੰਨੀ ਆ ਗਈ ਸੀਗੀ, ਕਿਉਂਕਿ ਉਹਦੇ ਉੱਤੇ ਕੀ ਉਤਰਦਾ ਸੀ, ਪਰਮੇਸ਼ਵਰ ਦਾ ਆਤਮਾ। ਔਰ ਉਹ ਜਦੋਂ ਪਰਮੇਸ਼ਵਰ ਦਾ ਆਤਮਾ ਉਤਰਦਾ ਸੀ, ਔਰ ਬਾਈਬਲ 'ਚ ਲਿਖਿਆ ਹੋਇਆ ਉਹਨੇ ਆਪਣੇ ਇਹਨਾਂ ਹੱਥਾਂ ਦੇ ਨਾਲ ਸ਼ੇਰ ਨੂੰ ਪਾੜ ਦਿੱਤਾ। ਔਰ ਉਹਨੇ ਇਹ ਪਹੇਲੀ ਫਿਰ ਜਾ ਕੇ ਅੱਗੇ ਕਹੀ ਕਿ ਖਾਣ ਵਾਲੇ ਦੇ ਮੂੰਹ ਦੇ ਵਿੱਚੋਂ ਖਾਣਾ, ਅੱਗੇ ਕੀ ਸੀ, ਤੇ ਉਹਦੇ ਮੂੰਹ ਦੇ ਵਿੱਚੋਂ ਸ਼ਹਿਦ। ਜਿਹੜਾ ਇਸ ਦੁਨੀਆ ਦੇ ਉੱਤੇ ਪ੍ਰਿੰਸ ਆਫ ਡਾਰਕਨੈਸ ਹੈ ਨਾ, ਉਹ ਉਸ ਬੱਬਰ ਸ਼ੇਰ ਦੀ, ਉਸ ਭੁੱਖੇ ਸ਼ੇਰ ਦੀ ਤਰ੍ਹਾਂ, ਬਾਈਬਲ 'ਚ ਲਿਖਿਆ ਨਹੀਂ ਕਿ ਉਹ ਇੱਕ ਭੁੱਖੇ ਸ਼ੇਰ ਦੀ ਤਰ੍ਹਾਂ ਦਹਾੜਦਾ ਫਿਰਦਾ ਹੈ, ਕਿਹਨੂੰ ਪਾੜ ਖਾਵੇ। ਔਰ ਉਹਦੇ ਮੂੰਹ ਦੇ ਵਿੱਚੋਂ ਅਸੀਂ ਆਪਣਾ ਖਾਣਾ ਕੱਢ ਕੇ ਲਿਆਉਣਾ ਆ। ਔਰ ਇਹ ਈਜ਼ੀ ਟਾਸਕ ਨਹੀਂ ਹੈ। ਯਿਸੂ ਨੇ ਕਿਹਾ ਨਹੀਂ ਕਿ ਜਦੋਂ ਉੱਤੇ ਕਹਿੰਦੇ ਵੀ ਇਹ ਕਿਹਦੀ ਮਦਦ ਨਾਲ ਆਤਮਾਵਾਂ ਨੂੰ ਕੱਢਦਾ ਆ, ਤੇ ਕਹਿੰਦਾ ਵੀ ਜੇ ਸਿਵਲ ਵਾਰ ਘਰ ਦੇ ਵਿੱਚ ਛਿੜ ਜਾਵੇ ਤਾਂ ਘਰ ਤਾਂ ਬਰਬਾਦ ਹੋ ਜਾਂਦਾ, ਵੀ ਜੇ ਸ਼ੈਤਾਨ ਹੀ ਸ਼ੈਤਾਨ ਨੂੰ ਕੱਢਣ ਲੱਗ ਪਿਆ ਤੇ। ਪਰ ਇੱਕ ਉਹ ਤੋਂ ਤਾਕਤਵਰ ਉਹਦੇ ਘਰ ਦੇ ਵਿੱਚ ਜੇ ਐਂਟਰ ਹੋਊਗਾ, ਪਹਿਲੇ ਉਹਨੂੰ ਬੰਨੂਗਾ, ਤੇ ਫਿਰ ਉਸ ਘਰ ਦੇ ਵਿੱਚ ਕੀ ਕਰੂਗਾ, ਪਲੰਡਰ ਕਰੂਗਾ, ਕੀ ਕਰੂਗਾ, ਲੁੱਟ ਮਾਰ ਕਰੂਗਾ। ਸੋ ਸਾਨੂੰ ਬਰਕਤਾਂ ਲੈਣ ਦੇ ਲਈ, ਟੈਸਟਮਨੀ ਲੈਣ ਦੇ ਲਈ, ਆਪਣੇ ਭੋਜਨ ਨੂੰ ਲੈਣ ਦੇ ਲਈ ਉਸ ਦਹਾੜੇ ਹੋਏ ਸ਼ੇਰ, ਉਸ ਭੁੱਖੇ ਸ਼ੇਰ ਦੇ ਮੂੰਹ ਦੇ ਵਿੱਚ ਹੱਥ ਪਾਉਣਾ ਪੈਣਾ ਆ। ਦੈਟਸ ਨੋ ਈਜ਼ੀ ਟਾਸਕ, ਈਜ਼ੀ ਕੰਮ ਨਹੀਂ ਹੈ। ਹਾਲੇਲੂਇਆ। ਪਰ ਇੰਪੋਸੀਬਲ ਵੀ ਨਹੀਂ ਹੈ। ਠੀਕ ਹੈ, ਉਹੀ ਅੱਜ ਆਪਾਂ ਸਿੱਖਣਾ ਆ ਕਿ ਕਿੱਦਾਂ ਹੋਊਗਾ। ਯਾਦ ਰੱਖੋ, ਬਾਈਬਲ 'ਚ ਅਜ਼ੀਕੀਅਲ ਦੀ ਕਿਤਾਬ ਦੇ ਵਿੱਚ ਲਿਖਿਆ ਆ ਕਿ ਜਿਹੜਾ ਅਜ਼ੀਕੀਅਲ 28 ਦੀ 14 ਆਇਤ ਦੇ ਵਿੱਚ ਲਿਖਿਆ, ਪੜ੍ਹੋ ਮੇਰੇ ਨਾਲ ਕੋਈ ਜਾਣਾ, ਕਿ ਜਿਹੜਾ ਸ਼ੈਤਾਨ ਆ ਉਹ ਜਿਹੜਾ ਇੱਕ ਅਨੋਇੰਟਡ, ਪਹਿਲੇ ਕੀ ਸੀਗਾ, ਇੱਕ ਐਂਜਲ ਸੀਗਾ, ਉਹ ਅਨੋਇੰਟਡ ਐਂਜਲ ਆ। ਮਤਲਬ ਕਿ ਪਰਮੇਸ਼ਵਰ ਨੇ ਉਹਨੂੰ ਅਨੋਇੰਟ ਕੀਤਾ ਸੀ, ਉਹ ਪਰਮੇਸ਼ਵਰ ਦੇ ਸਾਹਮਣੇ ਰਹਿੰਦਾ ਹੁੰਦਾ ਸੀਗਾ। ਪੜ੍ਹੋ ਮੇਰੇ ਨਾਲ ਅਜ਼ੀਕੀਅਲ, ਤੂੰ ਮਸਾ ਕੀਤਾ ਹੋਇਆ ਕਰੂਬੀ। ਜਿਹੜੇ ਪਰਮੇਸ਼ਵਰ ਦੇ ਸਾਹਮਣੇ ਰਹਿੰਦੇ ਹੁੰਦੇ ਸੀਗੇ ਦੂਤ, ਉਹਨਾਂ ਦੇ ਵਿੱਚ ਇੱਕ ਉਹ ਅਨੋਇੰਟਡ ਵਨ ਸੀਗਾ। ਮਤਲਬ ਕਿ ਪਰਮੇਸ਼ਵਰ ਨੇ ਉਹਨੂੰ ਅਧਿਕਾਰ ਦਿੱਤੇ ਹੋਏ ਸੀ, ਪਾਵਰ ਦਿੱਤੀ ਹੋਈ ਸੀ। ਪਰ ਜਦ ਉਹ ਥੱਲੇ ਸੁੱਟਿਆ ਗਿਆ, ਜਦੋਂ ਉਹਦੇ ਵਿੱਚ ਈਵਲ ਐਂਟਰ ਕੀਤੀ, ਜਦੋਂ ਉਹਦੇ ਵਿੱਚ ਬੁਰਾਈ ਪਾਈ ਗਈ, ਤਾਂ ਉਹ ਉੱਪਰੋਂ ਥੱਲੇ ਸੁੱਟਿਆ ਗਿਆ। ਪਰ ਸਾਡੇ ਪਰਮੇਸ਼ਵਰ ਦਾ ਇੱਕ ਨੇਚਰ ਹੈ, ਉਹਦੀ ਇੱਕ ਆਦਤ ਹੈ ਕਿ ਉਹ ਕਿਸੇ ਨੂੰ ਚੀਜ਼ ਦੇ ਕੇ ਵਾਪਸ ਨਹੀਂ ਲੈਂਦਾ। ਠੀਕ ਹੈ, ਜਿਹਨੂੰ ਉਹਨੇ ਦੇ ਦਿੱਤੀ। ਹੁਣ ਉਹਦੇ ਕੋਲ ਉਹ ਅਨੋਇੰਟਿੰਗ ਆ, ਉਹ ਪਾਵਰ ਹੈ ਜੋ ਕਰਪਟ ਹੋ ਚੁੱਕੀ ਹੈ। ਉਹ ਹੁਣ ਗੋਡ ਦੇ ਲਈ ਫਲ ਪੈਦਾ ਨਹੀਂ ਕਰ ਰਿਹਾ, ਪਰ ਉਹਦੇ ਆਪੋਜ਼ਿਟ ਚੱਲ ਰਿਹਾ ਆ। ਇਸ ਕਰਕੇ ਉਹ ਆਪਣੀ ਮਰਜ਼ੀ ਇਸ ਧਰਤੀ ਤੇ ਕਰਦਾ ਪਿਆ ਆ। ਕਿਸੇ ਨੂੰ ਚੱਕ ਕੇ ਬਹੁਤ ਉੱਚਾ ਪਹੁੰਚਾ ਦਿੰਦਾ, ਔਰ ਜਿਹਦੇ ਕੋਲ ਟੈਲੈਂਟ ਹੈ, ਜੋ ਮਿਹਨਤ ਕਰਦਾ ਹੈ, ਉਹਨੂੰ ਥੱਲੇ ਹੀ ਰੱਖਦਾ ਆ। ਆਪਣੀ ਮਰਜ਼ੀ ਚਲਾਉਂਦਾ ਪਿਆ। ਇਸੇ ਲਈ ਪਿਛਲੇ ਵੀਰਵਾਰ ਦੱਸਿਆ ਸੀ ਕਿ ਯਿਸੂ ਨੇ ਕਿਉਂ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ, ਕਿ ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਆਖੋ, ਹੇ ਮੇਰੇ ਪਿਤਾ, ਤੇਰਾ ਰਾਜ ਆਏ। ਕਿਉਂਕਿ ਜਦੋਂ ਤੇਰਾ ਰਾਜ ਆਏਗਾ ਤਾਂ ਫਿਰ ਇਹ ਕਲਾਮ ਪੂਰਾ ਹੋਊਗਾ। ਔਰ ਸਾਡਾ ਪਰਮੇਸ਼ਵਰ ਜਿਹੜਾ, ਉਹ ਵਰਡਸ ਦਾ ਪਰਮੇਸ਼ਵਰ ਆ। ਬਾਈਬਲ 'ਚ ਜੋ ਲਿਖਿਆ, ਨਾ ਉਹ ਤੋਂ ਇੱਧਰ ਤੇ ਨਾ ਉਹ ਤੋਂ ਉੱਧਰ। ਤੇ ਜੇ ਉਹਨੇ ਕਿਹਾ ਆ, ਜੇ ਉਹ ਕਿਸੇ ਨੂੰ ਦੇ ਕੇ ਕੁਝ ਨਹੀਂ ਲੈਂਦਾ ਤੇ ਉਹਨੇ ਉਹਦੇ ਕੋਲੋਂ ਵੀ ਨਹੀਂ ਲਿਆ, ਤੇ ਫਿਰ ਜਦੋਂ ਤੁਹਾਨੂੰ ਤੇ ਮੈਨੂੰ ਬਲੈਸ ਕਰੂਗਾ, ਜਦੋਂ ਤੁਹਾਨੂੰ ਤੇ ਮੈਨੂੰ ਗਿਫਟ ਕਿਉਂ ਨਹੀਂ ਦਊਗਾ? ਜੇ ਉਹਨੂੰ ਦੇ ਸਕਦਾ ਤੇ ਮੈਨੂੰ ਕਿਉਂ ਨਹੀਂ ਦਊਗਾ? ਤੁਹਾਨੂੰ ਕਿਉਂ ਨਹੀਂ ਦਊਗਾ? ਫਿਰ ਤੁਹਾਨੂੰ ਵੀ ਉਹ ਪਾਵਰ ਦਊਗਾ। ਪਰ ਉਹ ਪਾਵਰ ਤੁਹਾਨੂੰ ਮਿਲਣੀ ਕਿੱਥੋਂ ਆ? ਖੁਦਾ ਦੇ ਕਲਾਮ ਦੇ ਨਾਲ। ਪਰ ਉਹ ਕਦੋਂ ਮਿਲਣੀ ਆ? ਜਦੋਂ ਤੁਸੀਂ ਉਹਦੇ ਕੋਲ ਆਓਗੇ, ਜਦੋਂ ਉਹਦੇ ਕੋਲ ਨਾਲ ਟਾਈਮ ਸਪੈਂਡ ਕਰੋਗੇ। ਪਰ ਜੇ ਤੁਸੀਂ ਧਰਤੀ ਤੇ ਬਿਜ਼ੀ ਹੋ ਤਾਂ ਤੁਸੀਂ ਮਿਹਨਤ ਕਰੀ ਜਾਓਗੇ, ਕੁਝ ਫਲ ਪੈਦਾ ਨਹੀਂ ਕਰੋਗੇ। ਤੁਸੀਂ ਅੱਜ ਤੱਕ ਦੇਖਿਆ ਹੋਣਾ, ਕਿਸੇ ਦੀ 60 ਸਾਲ ਦੀ ਉਮਰ ਹੈ, ਕਿਸੇ ਦੀ 50 ਸਾਲ ਦੀ ਹੈ, ਕਿਸੇ ਦੀ 70 ਸਾਲ ਦੀ ਹੈ, ਦੇਖਿਆ ਹੀ ਹੋਣਾ।
ਕੋਈ ਇਹ ਨਵੀਂ ਗੱਲ ਨਹੀਂ ਹੈ, ਤੁਹਾਡੀ ਲਾਈਫ ਹੈ। ਪਰ ਕੋਈ 27 ਸਾਲ ਦਾ ਹੁੰਦਾ, 28 ਸਾਲ ਦਾ ਹੁੰਦਾ ਔਰ ਇੰਨੀ ਤਰੱਕੀ ਕਰ ਗਿਆ ਹੁੰਦਾ। ਇਹ ਕਿੱਦਾਂ ਹੁੰਦਾ? ਟੈਲੈਂਟ ਦੀ ਕਮੀ ਨਹੀਂ ਹੈ, ਪਰ ਜਿਹੜਾ ਐਨਮੀ ਉਹ ਦੇਖਣਾ ਨਹੀਂ ਪਸੰਦ ਕਰਦਾ, ਕਿਉਂਕਿ ਉਹ ਆਪਣੀ ਮਰਜ਼ੀ ਜੋ ਉਹਦੇ ਅੱਗੇ ਚੁੱਕਦੇ ਆ, ਜੋ ਉਹਦੇ ਅੱਗੇ ਸਭ ਕੁਝ ਕਰਦੇ ਆ, ਉਹਨਾਂ ਨੂੰ ਉਹ ਚੱਕ ਕੇ ਤਾਂ ਕਰ ਦਿੰਦਾ। ਪਰ ਜਿਹੜੇ ਜਿਨ੍ਹਾਂ ਦੇ ਅੰਦਰ ਟੈਲੈਂਟ ਹੈ, ਜੋ ਮਿਹਨਤ ਕਰਦੇ ਆ, ਉਹਨਾਂ ਨੂੰ ਉਹ ਥੱਲੇ ਹੀ ਰੱਖਦਾ ਹੈ। ਪਰ ਅਸੀਂ ਉਸ ਸ਼ੇਰ ਬੱਬਤ ਜਿਹੜਾ ਆਪਣੇ ਆਪ 'ਚ ਦਿਹਾੜਿਆ ਹੋਇਆ ਭੁੱਖਾ ਸ਼ੇਰ ਹੈ, ਯੀਸ਼ੂ ਸਾਨੂੰ ਇੰਨੀ ਕੁ ਤਾਕਤ ਦਿੰਦਾ ਹੈ ਕਿ ਉਹਦੇ ਮੂੰਹ ਦੇ ਵਿੱਚੋਂ ਅਸੀਂ ਆਪਣਾ ਖਾਣਾ ਕੱਢ ਕੇ ਲਿਆਉਣਾ। ਔਰ ਇਹ ਪੋਸੀਬਲ ਹੈ। ਆਪਣੀਆਂ ਬਲੈਸਿੰਗਸ, ਆਪਣੀਆਂ ਟੈਸਟਮਨੀਜ਼ ਲੈ ਕੇ ਆਉਣੀਆਂ ਆ। ਇਸੇ ਲਈ ਜਦੋਂ ਤੁਸੀਂ ਆਉਂਦੇ ਹੋ ਖੁਦਾ ਦੀ ਹਜ਼ੂਰੀ ਦੇ ਵਿੱਚ, ਖੁਦਾ ਦੇ ਦਾਸ ਜੋ ਅਨੋਇੰਟਡ ਹੋਏ ਆ, ਜੋ ਰੂਹ ਨਾਲ ਭਰੇ ਹੋਏ ਆ, ਉਹ ਵਰਡਸ ਬੋਲਦੇ ਆ, ਔਰ ਜਦੋਂ ਤੁਸੀਂ ਉਹਨਾਂ ਨੂੰ ਰਿਲੀਜ਼ ਔਰ ਰਿਸੀਵ ਕਰਦੇ ਹੋ, ਉਹ ਅਨੋਇੰਟਿੰਗ ਕੰਮ ਕਰਦੀ ਆ, ਉਹ ਸ਼ੈਤਾਨ ਨੂੰ ਦੂਰ ਕਰਦੀ ਆ, ਔਰ ਟੈਸਟਮਨੀ ਆ ਜਾਂਦੀ ਆ। ਹਾਲੇਲੂਇਆ। ਤਾਈਓ ਤਾਂ ਜੇ ਉਹ ਕੰਮ ਕਰਦਾ ਪਿਆ ਆ, ਤਾਂ ਯੀਸ਼ੂ ਵੀ ਆਪਣੇ ਬੱਚਿਆਂ ਦੇ ਲਈ ਕੰਮ ਕਰਦਾ ਪਿਆ ਆ। ਤਾਈਓ ਤਾਂ ਆਪਣੇ ਬੱਚਿਆਂ ਦੇ ਲਈ ਉਹ ਆਪਣੇ ਦਾਸਾਂ ਨੂੰ ਭੇਜਦਾ ਕਿ ਜਾਓ ਮੇਰੇ ਬੱਚਿਆਂ ਨੂੰ ਬਲੈਸ ਕਰੋ। ਕਿਉਂਕਿ ਜਦੋਂ ਪ੍ਰੋਫਿਟ ਬੋਲਦਾ ਹੁੰਦਾ ਬਾਈਬਲ 'ਚ, ਜਦੋਂ ਪੜ੍ਹਦੇ ਆ, ਤਾਂ ਉਹ ਕਹਿੰਦਾ ਵੀ ਹੁਣ ਮੀਂਹ ਪਊਗਾ, ਤੇ ਮੀਂਹ ਪੈਂਦਾ ਹੁੰਦਾ ਸੀਗਾ। ਜਦੋਂ ਖੁਦਾ ਦੇ ਬੰਦੇ ਦੇ ਮੂੰਹ ਦੇ ਵਿੱਚੋਂ ਕੁਝ ਨਿਕਲਦਾ ਆ, ਜਦੋਂ ਉਹ ਧਰਤੀ ਰਿਸੀਵ ਕਰ ਜਾਂਦੀ ਆ, ਤਾਂ ਟੈਸਟਮਨੀ ਆਉਣੀ ਹੀ ਆਉਣੀ ਆ, ਜੋ ਮਰਜ਼ੀ ਹੋ ਜਾਏ। ਕਿਉਂਕਿ ਪਰਮੇਸ਼ਵਰ ਨੇ ਉਹਨੂੰ ਸਿਖਾਇਆ ਆ ਕਿ ਉਸ ਐਨਮੀ ਦੇ ਮੂੰਹ ਚੋਂ, ਉਸ ਭੁੱਖੇ ਸ਼ੇਰ ਦੇ ਮੂੰਹ ਦੇ ਵਿੱਚੋਂ ਕਿੱਦਾਂ ਸ਼ਹਿਦ ਲੈ ਕੇ ਆਉਣਾ, ਕਿੱਦਾਂ ਖਾਣਾ ਲੈ ਕੇ ਆਉਣਾ ਆ। ਹਾਲੇਲੂਇਆ, ਥੈਂਕ ਯੂ ਜੀਸਸ। 1 ਸੈਮੂਅਲ 16 ਦੇ ਆਇਓ ਦੀ 11 ਆਇਤ ਨੂੰ ਪੜਾਂਗੇ। ਇੱਥੇ ਕੀ ਹੁੰਦਾ ਕਿ ਪ੍ਰੋਫਟ ਸੈਮੂਅਲ ਜਦੋਂ ਵਿਜ਼ਿਟ ਕਰਦਾ ਜੱਸੀ ਦੇ ਘਰ, ਔਰ ਜੱਸੀ ਦੇ ਜਿਹੜੇ 7 ਪੁੱਤਰ ਸੀਗੇ, ਉਸ ਚੋਂ ਸਭ ਤੋਂ ਛੋਟਾ ਦਾਊਦ ਸੀਗਾ। ਉਹ ਪਰਮੇਸ਼ਵਰ ਨੇ ਉਹਨੂੰ ਕਿਹਾ ਕਿ ਜਾ ਸੈਮੂਅਲ, ਜੱਸੀ ਦੇ ਘਰ ਦੇ ਵਿੱਚ ਜਾ, ਉੱਥੇ ਮੈਂ ਤੈਨੂੰ ਦੱਸੂਗਾ, ਇੱਕ ਮੇਰਾ ਦਾਸ ਆ, ਇੱਕ ਮੇਰਾ ਬੰਦਾ ਆ, ਉਹਨੂੰ ਜਾ ਕੇ ਅਨੋਇੰਟ ਕਰ। ਔਰ ਜਦੋਂ ਉਹ ਵਿਜ਼ਿਟੇਸ਼ਨ ਹੁੰਦੀ, ਸੈਮੂਅਲ ਜੱਸੀ ਦੇ ਘਰ ਦੇ ਵਿੱਚ ਜਾਂਦਾ, ਤਾਂ ਜਿਹੜਾ ਦਾਊਦ ਸੀਗਾ ਸਭ ਤੋਂ ਛੋਟਾ, ਇਸ ਨੂੰ ਘਰੇ ਜਾ ਕੇ ਤੁਸੀਂ ਪੜ੍ਹਿਓ, ਮੈਂ ਤੁਹਾਨੂੰ ਪੂਰੀ ਸਟੋਰੀ ਦੱਸ ਦਿੰਦਾ, ਜ਼ਰੂਰ ਪੜ੍ਹਿਓ ਜਾ ਕੇ ਇਹਨੂੰ। ਜੇ ਨਹੀਂ ਰੈਫਰੈਂਸ ਮਿਲੂਗੀ ਤਾਂ ਇਹੀ ਕਲਾਮ ਫਿਰ YouTube ਤੇ ਪੈਣਾ, ਉੱਥੇ ਜਾ ਕੇ ਸੁਣਿਓ, ਬਾਰ-ਬਾਰ ਸੁਣੋ। ਕੀ ਕਰਦਾ ਸੈਮੂਅਲ ਦੀ ਵਿਜ਼ਿਟ ਜੱਸੀ ਦੇ ਘਰ ਦਾਊਦ ਨੂੰ ਅਨੋਇੰਟ ਕਰਦੀ। ਉਹ ਪਰਮੇਸ਼ਰ ਉਹਨੂੰ ਕਹਿੰਦਾ, ਉਹ 7 ਉਹਦੇ ਪੁੱਤਰ ਦੇਖਦਾ, ਉਹਨੂੰ ਲੱਗਦਾ ਕਿ ਇਹਨੂੰ ਮੈਂ ਅਨੋਇੰਟ ਕਰਾਂ। ਪਰਮੇਸ਼ਰ ਕਹਿੰਦਾ ਨਹੀਂ, ਮੈਂ ਇਹਨੂੰ ਰਿਜੈਕਟ ਕਰ ਦਿੱਤਾ, ਦੂਜੇ ਨੂੰ ਵੀ, ਤੀਜੇ ਨੂੰ ਵੀ, ਚੌਥੇ ਨੂੰ ਵੀ, ਪੰਜਵੇਂ ਨੂੰ ਵੀ, 6ਵੇਂ ਨੂੰ ਵੀ, 7ਵੇਂ ਨੂੰ। ਪਰ ਕਹਿੰਦਾ ਵੀ ਖਤਮ ਹੋ ਗਏ ਤੇਰੇ ਪੁੱਤਰ। ਕਹਿੰਦਾ ਨਹੀਂ, ਇੱਕ ਹੈ ਜਿਹੜਾ ਭੇਡਾਂ ਹਜੇ ਚਾਰਦਾ ਪਿਆ, ਛੋਟਾ ਆ ਸਭ ਤੋਂ, ਉਹਨੂੰ ਉਹਨੇ ਵਰਦੀ ਨਹੀਂ ਸਮਝਿਆ, ਉਹਦੇ ਪਿਤਾ ਨਹੀਂ। ਕਹਿੰਦਾ ਇਹ ਤਾਂ ਸਭ ਤੋਂ ਛੋਟਾ ਹੈ, ਇਹ ਥੋੜੀ ਪਰਮੇਸ਼ਰ ਨੇ ਯੂਜ਼ ਕਰਨਾ। ਪਰ ਯਾਦ ਰੱਖੋ, ਜੇ ਤੁਸੀਂ ਕਮਜ਼ੋਰ ਹੋ, ਜੇ ਤੁਸੀਂ ਆਪਣੇ ਆਪ ਨੂੰ ਰਿਜੈਕਟ ਸਮਝਦੇ ਹੋ ਕਿ ਮੈਂ ਕੌਣ ਆ, ਮੈਂ ਕੁਝ ਨਹੀਂ ਕਰ ਸਕਦਾ, ਪਰਮੇਸ਼ਰ ਏਦਾਂ ਦਿਆਂ ਨੂੰ ਹੀ, ਡਿੱਗਿਆ ਹੋਇਆਂ ਨੂੰ, ਟੁੱਟਿਆ ਹੋਇਆਂ ਨੂੰ ਹੀ ਯੂਜ਼ ਕਰਦਾ ਆ। ਸੋ ਤੁਸੀਂ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਬਹੁਤ ਬਹੁਮੁੱਲੇ ਹੋ, ਤੁਸੀਂ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਬਹੁਤ ਕੀਮਤੀ ਹੋ। ਮੈਂ ਜਦੋਂ ਛੋਟਾ ਸੀ, ਮੈਂ ਬਹੁਤ ਸ਼ਰਮ ਕਰਦਾ ਹੁੰਦਾ ਸੀ ਬੋਲਣਾ, ਪਰ ਪਰਮੇਸ਼ਵਰ ਨੇ ਖੜਾ ਕਰ ਦਿੱਤਾ, ਲੈ ਬੋਲ, ਹੁਣ ਪਾਵਰ ਮੈਂ ਤੈਨੂੰ ਦੇ ਦਿੱਤੀ ਆ। ਮੂਸਾ ਕਹਿੰਦਾ, ਮੈਂ ਥਥਲੋਨਾ ਕਹਿੰਦਾ, ਮੈਂ ਤੇਰਾ ਮੂੰਹ ਕਿਹਨੇ ਬਣਾਇਆ ਆ। ਸੋ ਵਰੀ ਨਾ ਕਰੋ, ਬਸ ਆਪਣੇ ਆਪ ਨੂੰ ਖੜਾ ਕਰੋ ਕਿ ਪਰਮੇਸ਼ਵਰ ਲੈ ਤੂੰ ਮੈਨੂੰ ਵੀ ਬਣਾ, ਮੈਂ ਵੀ ਇਸ ਜੋ ਮੇਰੀਆਂ ਨੇ ਬਲੈਸਿੰਗਸ ਖਾਧੀਆਂ ਹੋਈਆਂ ਆ, ਮੈਂ ਵੀ ਇਹਦੇ ਮੂੰਹ ਦੇ ਵਿੱਚੋਂ ਆਪਣੀਆਂ ਬਲੈਸਿੰਗਸ ਨੂੰ ਲੈ ਕੇ ਆਉਣਾ, ਮੈਂ ਵੀ ਇਹਦੇ ਮੂੰਹ ਚੋਂ ਆਪਣੀਆਂ ਟੈਸਟਮਨੀ ਨੂੰ ਲੈ ਕੇ ਆਉਣਾ, ਮੈਂ ਵੀ ਇਹਦੇ ਮੂੰਹ ਦੇ ਵਿੱਚੋਂ ਸ਼ਹਿਦ ਕੱਢ ਕੇ ਲੈ ਕੇ ਆਉਣਾ ਆ। ਪਰ ਜਦੋਂ ਤੁਸੀਂ ਪਰਮੇਸ਼ਵਰ ਕੋਲ ਆਓਗੇ ਤਾਂ ਫਿਰ ਉਹ ਤੁਹਾਨੂੰ ਬਣਾਏਗਾ, ਕਿਉਂਕਿ ਇਹਨੂੰ ਹਰਾਉਣ ਦੇ ਲਈ ਅਨੋਇੰਟਿੰਗ ਦੀ ਜ਼ਰੂਰਤ ਹੈ। ਬਾਈਬਲ 'ਚ ਕੀ ਲਿਖਿਆ ਹੋਇਆ ਕਿ ਜਿਹੜਾ ਆਇਰਨ ਹੈ ਉਹ ਆਇਰਨ ਨੂੰ ਸ਼ਾਰਪ ਕਰਦਾ ਹੈ, ਮਤਲਬ ਲੋਹਾ ਲੋਹੇ ਨੂੰ ਤਿੱਖਾ ਕਰਦਾ, ਕੱਟਦਾ ਵੀ ਹੈ। ਸੋ ਇਹਨੂੰ ਹਰਾਉਣ ਦੇ ਲਈ ਸਾਨੂੰ ਇਹਦੇ ਤੋਂ ਉੱਪਰ ਵਾਲੀ ਅਨੋਇੰਟਿੰਗ ਚਾਹੀਦੀ ਆ, ਪਾਵਰ ਚਾਹੀਦੀ ਆ। ਕਿਉਂਕਿ ਰੋਂਦੇ ਰਹੋ, ਜੇ ਰੋਂਦੇ ਰਹੋਗੇ, ਸਾਡਾ ਪਰਮੇਸ਼ਰ ਇਮੋਸ਼ਨਲ ਨਹੀਂ ਹੈ ਕਿ ਰੋ ਕੇ ਮੈਨੂੰ ਆਹ ਚਾਹੀਦਾ। ਨੋ, ਅਸੀਂ ਅਬਰਾਹਮ, ਇਸਾਕ, ਯਾਕੂਬ ਦੀ ਸੰਤਾਨ ਹੈ, ਔਰ ਯਾਕੂਬ ਉਹ ਸੀ ਜਿਹੜਾ ਲੜਿਆ
ਦੂਤ ਦੇ ਨਾਲ ਕਹਿੰਦਾ ਮੈਂ ਤੈਨੂੰ ਓਨੀ ਦੇਰ ਨਹੀਂ ਜਾਣ ਦੇਣਾ ਜਿੰਨੀ ਤੂੰ ਮੈਨੂੰ ਬਲੈਸ ਨਾ ਕਰੇ। ਤੇ ਫਿਰ ਜੇ ਉਹਦੀ ਸੰਤਾਨ ਹੈ ਲੜ ਕੇ ਬਲੈਸਿੰਗਸ ਮਿਲਣੀਆਂ। ਦਾਊਦ ਨੂੰ ਪਰਮੇਸ਼ਰ ਕਿਉਂ ਇੰਨਾ ਪਿਆਰ ਕਰਦਾ ਸੀ ਕਿ ਇਹ ਪਰਸਨ, ਇਹ ਮੇਰੇ ਦਿਲ ਦੇ ਕਰੀਬ, ਮੈਨੂੰ ਆਪਣੇ ਕਹਿੰਦਾ ਦਿਲ ਦੇ ਮੁਤਾਬਿਕ ਬੰਦਾ ਮਿਲ ਗਿਆ ਆ। ਕਿਉਂਕਿ ਦਾਊਦ ਕੀ ਸੀਗਾ? ਯੋਧਾ ਸੀਗਾ, ਲੜਨ ਵਾਲਾ ਸੀਗਾ। ਉਹ ਹਾਰ ਮੰਨਣ ਵਾਲਾ ਨਹੀਂ ਸੀਗਾ ਕਿ ਨਹੀਂ ਮੈਨੂੰ ਇਹ ਚੀਜ਼ ਨਹੀਂ ਮਿਲੀ ਤੇ ਮੈਂ ਰੋ ਕੇ ਆਪਣੇ ਆਪ ਨੂੰ ਬਹਿ ਜਾਵਾਂ। ਨਹੀਂ, ਉਹ ਹਰ ਲੜਾਈ ਦੇ ਉੱਤੇ ਪਰਮੇਸ਼ਰ ਕੋ ਪੁੱਛਦਾ ਸੀ ਹੁਣ ਮੈਂ ਕਿੱਦਾਂ ਜਾਵਾਂ, ਤੇ ਜਿੱਤ ਕੇ ਹੁੰਦਾ ਸੀਗਾ। ਤੇ ਅਸੀਂ ਵੀ ਰੋਣ ਵਾਲੇ ਨਹੀਂ ਬਣਨਾ ਹੈਗਾ, ਮੇਰੇ ਆ ਹੋ ਗਿਆ, ਮੇਰੇ ਉਹ ਹੋ ਗਿਆ। ਨੋ, ਆਪਣੀ ਬਲੈਸਿੰਗਸ ਨੂੰ ਲੈ ਕੇ ਆਉਣਾ ਹੈ। ਆਪਣੇ ਖੁਦਾ ਦੇ ਬੰਦਿਆਂ ਕੋਲ ਆਓ, ਦਾਸਾਂ ਕੋ ਪ੍ਰੇਅਰ ਕਰਾਓ, ਅਨੋਇੰਟਿੰਗ ਕੰਮ ਕਰੇਗੀ, ਟੈਸਟਮਨੀ ਆਏਗੀ, ਡੈਫੀਨੇਟਲੀ ਆਏਗੀ। ਹਾਲੇਲੂਇਆ। ਫਿਰ ਕੀ ਹੋਇਆ? ਸੈਮੂਅਲ ਦੀ ਵਿਜ਼ਿਟ ਜਦੋਂ ਹੋਈ, ਜਦੋਂ ਸੱਤੇ ਉਹਦੀਆਂ ਅੱਖਾਂ ਚੋਂ ਨਿਕਲ ਗਏ, ਉਹਨੂੰ ਲੱਗਦਾ ਸੀ ਇਹ ਅਨੋਇੰਟਡ ਹੈ, ਪਰ ਪਰਮੇਸ਼ਰ ਨੇ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਸੀਗਾ। ਪਰ ਇੱਕ ਸਭ ਤੋਂ ਛੋਟਾ ਦਾਊਦ ਕੀ ਕਰ ਰਿਹਾ ਸੀ? ਪਿਓ ਦੀਆਂ ਭੇਡਾਂ ਨੂੰ ਚਰਾ ਰਿਹਾ ਸੀਗਾ। ਔਰ ਸੈਮੂਅਲ ਨੇ ਕਿਹਾ ਵੀ ਲੈ ਉਹਨੂੰ ਵੀ ਬੁਲਾ, ਜਦੋਂ ਉਹ ਆਊਗਾ ਤੇ ਫੇਰ ਹੀ ਅਸੀਂ ਖਾਣ ਨੂੰ ਬੈਠਾਂਗੇ, ਉਹਨੂੰ ਅਨੋਇੰਟ ਕਰਕੇ ਆਪਣੇ ਕੰਮ ਨੂੰ ਫਿਨਿਸ਼ ਕਰਕੇ। ਔਰ ਜਦੋਂ ਹੀ ਉਹ ਆਇਆ ਸੈਮੂਅਲ ਦੀਆਂ ਨਿਗਾਹ ਦੇ ਸਾਹਮਣੇ, ਔਰ ਸੈਮੂਅਲ, ਪਰਮੇਸ਼ਰ ਨੇ ਉਸੇ ਵਕਤ ਕਿਹਾ ਕਿ ਇਹ ਆ ਜਿਹਨੂੰ ਮੈਂ ਚੁਣਿਆ ਹੋਇਆ, ਇਹਨੂੰ ਅਨੋਇੰਟ ਕਰ। ਔਰ ਜਦੋਂ ਉਹਨੂੰ ਅਨੋਇੰਟ ਕੀਤਾ, ਉਸ ਵਿਜ਼ਿਟੇਸ਼ਨ ਨੇ ਸੈਮੂਅਲ ਦਾ ਆਣਾ ਜੱਸੀ ਦੇ ਘਰ ਦੇ ਵਿੱਚ ਦਾਊਦ ਦੀ ਜ਼ਿੰਦਗੀ ਨੂੰ ਬਦਲ ਦਿੱਤਾ। ਜਿਹੜਾ ਚਰਵਾਹਾ ਸੀਗਾ ਉਹ ਕੀ ਬਣ ਗਿਆ? ਕਿੰਗ ਬਣ ਗਿਆ। ਅੱਜ ਖੁਦਾ ਦੇ ਬੰਦਿਆਂ ਦਾ ਆਉਣਾ ਤੁਹਾਡੇ ਜ਼ਿੰਦਗੀਆਂ ਦੇ ਵਿੱਚ, ਉਹਨਾਂ ਦੇ ਵਰਡਸ ਤੁਹਾਡੇ ਆਉਣ ਜਦੋਂ ਤੁਸੀਂ ਰਿਸੀਵ ਕਰਦੇ ਹੋ, ਉਹ ਐਦਾਂ ਖਾਲੀ ਨਹੀਂ ਜਾਂਦੇ ਹੈਗੇ। ਉਹ ਤੁਹਾਡੇ ਹਾਲਾਤਾਂ ਨੂੰ ਬਦਲਦੇ ਆ, ਉਹ ਤੁਹਾਡੀਆਂ ਜ਼ਿੰਦਗੀਆਂ ਨੂੰ ਬਦਲਦੇ ਆ। ਉਹ ਤੁਹਾਨੂੰ ਭਿਖਾਰੀ ਤੋਂ, ਉਹ ਤੁਹਾਨੂੰ ਮਿੱਟੀ ਤੋਂ ਚੁੱਕ ਕੇ ਕਿੱਥੇ ਬਿਠਾ ਦਿੰਦੇ ਆ? ਉੱਪਰ। ਕਿਉਂਕਿ ਉਹ ਉਹਨਾਂ ਦੇ ਵਰਡਸ ਨਹੀਂ ਹੈ, ਉਸ ਪਰਮੇਸ਼ਵਰ ਦੇ, ਉਸ ਯਿਸੂ ਦੇ ਵਚਨ ਹੈ ਜੋ ਜ਼ਿੰਦਾ ਵਚਨ ਹੈ। ਹਾਲੇਲੂਇਆ, ਥੈਂਕ ਯੂ ਜੀਸਸ, ਪ੍ਰੇਜ਼ ਦ ਲਾਰਡ। ਫਿਰ ਅਗਲੇ ਅਧਿਆਇ 'ਚ ਕੀ ਲਿਖਿਆ? 17 ਦੇ ਵਿੱਚ ਦਾਊਦ, ਉਹੀ ਨਿੱਕਾ ਜਿਹਾ ਦਾਊਦ ਗੋਲੀਅਤ ਦੇ ਸਾਹਮਣੇ ਚੱਲ ਜਾਂਦਾ। ਹੁਣ ਇੱਥੇ ਇੱਕ ਅਸੀਂ ਆਇਤ ਨੂੰ ਪੜਾਂਗੇ, ਜ਼ਰੂਰ ਇਹਨੂੰ ਪੜਾਂਗੇ, ਇਹ ਬਹੁਤ ਜ਼ਰੂਰੀ ਹੈ। ਕੱਢੋ ਮੈਨਾਂ 1 ਸੈਮੂਅਲ 17 ਅਧਿਆਇ ਉਹਦੀ 8 ਆਇਤ ਤੋਂ ਪੜਾਂਗੇ ਆਪਾਂ। ਸੋ ਨਿਕਲ ਕੇ ਖਲੋਤਾ ਅਤੇ ਇਸਰਾਇਲ ਦੇ ਦਲਾਂ ਵੱਲ ਉਹਨੇ ਪੁਕਾਰ ਕੇ ਆਖਿਆ, ਤੁਸੀਂ ਲੜਾਈ ਲਈ ਕਾਹਨੂੰ ਪਾਲੀ ਬੰਨੀ ਹੈ? ਭਲਾ ਮੈਂ ਫਿਲਿਸਤੀ ਨਹੀਂ ਅਤੇ ਤੁਸੀਂ ਸ਼ਾਉਲ ਦੇ ਟਹਿਲੂਏ ਨਹੀਂ। ਸੋ ਤੁਸੀਂ ਆਪਣੇ ਲਈ ਕਿਸੇ ਮਨੁੱਖ ਨੂੰ ਚੁਣੋ ਅਤੇ ਉਹ ਮੇਰੇ ਕੋਲ ਲੈ ਆਵੇ। ਜੇ ਕਦੀ ਉਹ ਮੇਰੇ ਨਾਲ ਲੜਨ ਜੋਗਾ ਹੋਵੇ ਅਤੇ ਮੈਨੂੰ ਮਾਰ ਲਵੇ ਤਾਂ ਅਸੀਂ ਤੁਹਾਡੇ ਗੁਲਾਮ ਬਣਾਂਗੇ। ਪਰ ਜੇ ਕਦੀ ਉਸ ਦੇ ਉੱਤੇ ਮੈਂ ਤਕੜਾ ਹੋਵਾਂ ਤੇ ਉਹਨੂੰ ਮਾਰ ਲਵਾਂ ਤਾਂ ਤੁਸੀਂ ਸਾਡੇ ਗੁਲਾਮ ਹੋਵੋਗੇ। ਕੀ ਲਿਖਿਆ ਹੋਇਆ ਉੱਥੇ? ਕਿ ਜਿਹੜਾ ਗੋਲੀਅਤ ਸੀਗਾ ਉਹ ਬਾਰ-ਬਾਰ ਇਜ਼ਰਾਈਲੀਆਂ ਨੂੰ ਦੇਖ ਕੇ ਕੀ ਕਹਿੰਦਾ ਸੀ ਕਿ ਆਪਣੇ ਵੱਲੋਂ ਵੀ ਇੱਕ ਭੇਜੋ ਤੇ ਮੈਂ ਵੀ ਆਉਣਾ ਆ, ਲੜਾਈ ਕਰਦੇ ਆ। ਜੇ ਮੈਨੂੰ ਉਹਨੇ ਮਾਰ ਦਿੱਤਾ ਤਾਂ ਅਸੀਂ ਤੁਹਾਡੇ ਗੁਲਾਮ, ਤੇ ਜੇ ਮੈਂ ਉਹਨੂੰ ਮਾਰ ਦਿੱਤਾ ਤੇ ਤੁਸੀਂ ਮੇਰੇ ਗੁਲਾਮ, ਤੁਸੀਂ ਸਾਡੇ। ਤੇ ਦਾਊਦ ਫਿਰ ਕਿੱਦਾਂ ਗਿਆ? ਕਿ ਦਾਊਦ ਕਿਹਦੇ ਨਾਮ ਨਾਲ ਗਿਆ? ਪੜੋਗੇ। ਫਿਰ ਉਹ ਫਿਲਿਸਤੀ ਬੋਲਿਆ, ਅੱਜ ਮੈਂ ਇਸਰਾਇਲ ਦੇ ਦਲਾਂ ਨੂੰ ਸ਼ਰਮਿੰਦਾ ਕਰਨਾ ਹਾਂ। ਮੇਰੇ ਲਈ ਕੋਈ ਮਨੁੱਖ ਠਹਿਰਾ ਲਓ ਜੋ ਅਸੀਂ ਆਪੋ ਵਿੱਚ ਯੁੱਧ ਕਰੀਏ। ਜਿਸ ਵੇਲੇ ਸ਼ਾਉਲ ਅਤੇ ਸਾਰੇ ਇਸਰਾਇਲੀ ਨੇ ਉਸ ਨੂੰ ਫਿਲਿਸਤੀ ਦੀਆਂ ਗੱਲਾਂ ਸੁਣੀਆਂ ਤਾਂ ਉਹ ਘਾਬਰੇ ਅਤੇ ਬਹੁਤ ਡਰ ਗਏ। ਦਾਊਦ ਜੱਸੀ ਨਾਮੇ ਬੈਤਲਹਮ ਯਹੂਦਾ ਦੇ ਅਫਰਾਤੀ ਮਨੁੱਖ ਦਾ ਪੁੱਤਰ ਸੀ, ਜਿਸ ਨੇ 8 ਪੁੱਤਰ ਸਨ, ਅਤੇ ਉਹ ਆਪ ਸ਼ਾਉਲ ਦੇ ਵੇਲੇ ਲੋਕਾਂ ਵਿੱਚ ਬੁੱਢਾ ਹੋਇਆ ਸੀ। ਜੱਸੀ ਦੇ 3 ਵੱਡੇ ਪੁੱਤਰ ਲੜਾਈ। ਬਸ ਬਾਈਬਲ 'ਚ ਕੀ ਲਿਖਿਆ ਹੋਇਆ ਆ ਕਿ ਜਿਹੜਾ ਗੋਲੀਅਤ ਸੀਗਾ ਉਹ ਇਜ਼ਰਾਈਲ ਦੇ ਪਰਮੇਸ਼ਵਰ ਨੂੰ, ਇਜ਼ਰਾਈਲ ਦੇ ਲੋਕਾਂ ਨੂੰ, ਇਜ਼ਰਾਈਲੀਆਂ ਨੂੰ ਕੀ ਕਰਦਾ ਸੀਗਾ? ਸ਼ਰਮਿੰਦਾ ਕਰ ਰਿਹਾ ਸੀ, ਬਾਰ-ਬਾਰ ਬੋਲ ਕੇ ਕਿ ਤੁਸੀਂ ਮੇਰੇ ਅੱਗੇ ਆਓ, ਮੇਰੇ ਨਾਲ ਲੜੋ। ਪਰ ਪਰਮੇਸ਼ਵਰ ਨੇ ਪਹਿਲੇ ਤਿਆਰੀ ਕਰਕੇ ਰੱਖੀ ਹੋਈ ਸੀਗੀ। ਜਿਹੜਾ ਸਾਊਲ ਉਸ ਵਕਤ ਦਾ ਰਾਜਾ ਸੀਗਾ ਉਹ ਡਰ ਗਿਆ ਕਿਉਂਕਿ ਉਹ ਰਿਜੈਕਟਡ ਸੀਗਾ। ਪਰਮੇਸ਼ਵਰ ਨੇ ਉਹਨੂੰ ਤੁੱਛ ਜਾਣ ਦਿੱਤਾ ਸੀਗਾ, ਪਰਮੇਸ਼ਵਰ ਨੇ ਉਹਨੂੰ ਰਿਜੈਕਟ ਕਰ ਦਿੱਤਾ ਸੀ। ਇਸ ਲਈ ਉਹਦੇ ਅੰਦਰ ਫੀਅਰ ਆਇਆ, ਉਹਨੂੰ ਡਰ ਲੱਗਾ
ਕਿ ਇਹ ਕੰਮ ਕਿੱਦਾਂ ਹੋਊਗਾ, ਹਾਏ ਇਹ ਤਾਂ ਬਹੁਤ ਵੱਡਾ ਆ, ਰਾਖਸ਼ ਹੈ। ਪਰ ਇੱਕ ਨਿੱਕਾ ਜਿਹਾ ਦਾਊਦ ਬੜੀ ਹਿੰਮਤ ਨਾਲ ਅੱਗੇ ਜਾਂਦਾ ਕਿ ਤੂੰ ਕੌਣ ਹੁੰਨਾ ਆ ਕਿ ਸੱਚੇ ਜ਼ਿੰਦੇ ਪਰਮੇਸ਼ਵਰ, ਇਜ਼ਰਾਈਲ ਦੇ ਪਰਮੇਸ਼ਵਰ ਦੇ ਲੋਕਾਂ ਨੂੰ ਸ਼ਰਮਿੰਦਾ ਕਰਨ ਵਾਲਾ। ਤੂੰ ਮੇਰੇ ਅੱਗੇ ਹਥਿਆਰਾਂ ਨਾਲ ਹੋਣਾ, ਪਰ ਮੈਂ ਤੇਰੇ ਅੱਗੇ ਕਿਹਦੇ ਨਾਮ ਦੇ ਵਿੱਚ ਆਉਣਾ ਆ? ਯਹੋਵਾ ਪਰਮੇਸ਼ਵਰ ਦੇ ਨਾਮ ਦੇ ਵਿੱਚ ਆਉਣਾ ਆ। ਔਰ ਉਹ ਜਦ ਲੜਿਆ, ਇੱਕੋ ਪੱਥਰ ਨੇ ਨਾਲ ਉਹ ਮਰ ਗਿਆ। ਐਡੀ ਵੱਡੀ ਐਡਾ ਵੱਡਾ ਰਾਸ਼ਟਰ, ਇੱਕ ਨਾ ਮਾਰ ਦਿੱਤਾ। ਔਰ ਕੀ ਕਿਹਾ ਉਸੇ ਜਿਹੜਾ ਸ਼ਰਮਿੰਦਾ ਕਰਨ ਦੀਆਂ ਗੱਲਾਂ ਕਰਦਾ ਸੀ, ਉਹਨੇ ਕਿਹਾ ਕਿ ਜੇ ਉਹਨੇ ਉਸ ਲੜਾਈ ਤੋਂ ਪਹਿਲੇ ਕਿਹਾ ਕਿ ਜੇ ਤੁਹਾਡੇ ਵਿੱਚੋਂ ਕੋਈ ਮੈਨੂੰ ਮਾਰ ਦੇਗਾ ਤਾਂ ਅਸੀਂ ਉਹਦੇ ਗੁਲਾਮ ਹੈ। ਤੇ ਕੀ ਦਾਊਦ ਨੇ ਉਹਨੂੰ ਮਾਰਿਆ ਨਹੀਂ ਹੈ? ਤੇ ਫਿਰ ਜੇ ਦਾਊਦ ਨੇ ਉਹਨੂੰ ਮਾਰ ਦਿੱਤਾ ਤੇ ਫਿਰ ਉਹ ਗੁਲਾਮ ਨਹੀਂ ਹੈ ਸਾਡਾ। ਔਰ ਬਾਈਬਲ ਚ ਕੀ ਲਿਖਿਆ ਆ? ਇਟਸ ਨੋ ਗੁੱਡ ਫॉर द slave ਟੂ ਰੂਲ ਓਵਰ ਪ੍ਰਿੰਸੈਸ। ਕਿ ਇਹ ਚੰਗਾ ਨਹੀਂ ਹੈ ਕਿ ਇੱਕ ਗੁਲਾਮ ਸਾਡੇ ਤੇ ਰਾਜ ਕਰੇ। ਇਹ ਸ਼ੈਤਾਨ ਸਾਡਾ ਗੁਲਾਮ ਹੈ, ਕਿਉਂਕਿ ਦਾਊਦ ਨੇ ਉਸ ਗੋਲੀਅਤ ਨੂੰ ਮਾਰਿਆ ਸੀ। ਔਰ ਉਹਨੇ ਤਾਂ ਆਪਣੇ ਮੂੰਹ ਨਾਲ ਕਿਹਾ ਕਿ ਜੇ ਤੁਹਾਡੇ ਚੋਂ ਕਿਸੇ ਨੇ ਮੈਨੂੰ ਮਾਰ ਦਿੱਤਾ ਤਾਂ ਅਸੀਂ ਤੁਹਾਡੇ ਗੁਲਾਮ, ਤੇ ਜੇ ਮੈਂ ਤੁਹਾਨੂੰ ਤੁਹਾਡੇ ਚ ਮਾਰ ਦਿੱਤਾ ਤੇ ਤੁਸੀਂ ਸਾਡੇ ਗੁਲਾਮ। ਤੇ ਦਾਊਦ ਨੇ, ਬਾਈਬਲ ਦੱਸਦੀ ਹੈ ਕਿ ਉਹਨੂੰ ਇੱਕੋ ਹੀ ਪੱਥਰ ਨਾਲ ਮਾਰ ਦਿੱਤਾ। ਤੇ ਜੇ ਉਹ ਮਾਰ ਦਿੱਤਾ ਤੇ ਫਿਰ ਕਿਹਦਾ ਗੁਲਾਮ ਹੈ? ਉਹ ਸਾਡਾ ਗੁਲਾਮ ਹੈ। ਪਰ ਉਹ ਤੁਹਾਨੂੰ ਡਰਾਈ ਜਾ ਰਿਹਾ। ਕਿੱਦਾਂ ਡਰਾ ਸਕਦਾ ਹੈ? ਪਰ ਜਦੋਂ ਤੁਸੀਂ ਖੜੇ ਹੋਵੋਗੇ, ਉਹ ਬੜਾ ਬੇਵਕੂਫ ਹੈ, ਬਹੁਤ ਫੂਲ ਹੈ। ਇਜਿਪਟ ਦੇ ਵਿੱਚ ਉਦਾਂ ਹੀ ਬੜਾ ਦੁੱਖ ਸੀਗਾ। ਮਹਾਮਾਰੀਆਂ ਆ ਰਹੀਆਂ ਸੀਗੀਆਂ, ਡੱਡੂ ਤੇ ਡੱਡੂ ਆ ਰਹੇ ਸੀਗੇ, ਔਰ ਉਹ ਜਾਦੂਗਰ ਹੋਰ ਡੱਡੂ ਬਣਾਈ ਜਾ ਰਹੇ ਸੀਗੇ। ਉਹਨਾਂ ਦਾ ਜੀਣਾ ਹਰਾਮ ਹੋਇਆ ਪਿਆ ਸੀਗਾ, ਔਰ ਉਹ ਹੋਰ ਬਣਾਈ ਜਾ ਰਹੇ ਸੀਗੇ। ਇੰਨਾ ਬੇਵਕੂਫ ਹੈ ਸ਼ੈਤਾਨ। ਉਹ ਤੁਹਾਡਾ ਗੁਲਾਮ ਹੈ। ਹਾਲੇਲੂਇਆ। ਉਹਨੂੰ ਆਪਣੇ ਤੇ ਰੂਲ ਨਾ ਕਰਨ ਦੋ। ਉਹਦੇ ਅੱਗੇ ਖੜੇ ਹੋਵੋ। ਜਦੋਂ ਪ੍ਰੋਬਲਮ ਹੁੰਦੀ ਹੈ, ਜਿਹੜੀ ਲੱਗਦੀ ਗੋਲੀਅਤ ਵਾਂਗੂ ਹੈ ਕਿ ਕਿੱਦਾਂ ਜਾਊਗੀ, ਉਸ ਪ੍ਰੋਬਲਮ ਦੇ ਅੱਗੇ ਆਓ ਕਿ ਤੂੰ ਮੇਰੇ ਅੱਗੇ ਜਿੱਦਾਂ ਮਰਜ਼ੀ ਆਈ ਹੈ, ਪਰ ਮੈਂ ਤੇਰੇ ਅੱਗੇ ਉਸ ਯਹੋਵਾ ਪਰਮੇਸ਼ਵਰ ਯਿਸੂ ਦੇ ਨਾਂ ਚ ਆਉਂਦੀ ਹਾਂ। ਹਾਲੇਲੂਇਆ। ਮੈਂ ਯਿਸੂ ਦੇ ਨਾਂ ਚ ਤੁਹਾਡੇ ਅੱਗੇ ਆਉਣਾ ਆ। ਅੱਜ ਯਿਸੂ ਦੇ ਨਾਂ ਚ ਰਸਤੇ ਬਣ ਜਾਣ। ਆਖੋ, ਖੜੇ ਹੋਵੋ, ਕਿਉਂਕਿ ਤੁਸੀਂ ਚੁਣੇ ਹੋਏ ਹੋ, ਕਿਉਂਕਿ ਤੁਸੀਂ ਯਿਸੂ ਦੇ ਬੱਚੇ ਹੋ। ਤੁਸੀਂ ਉਸ ਅਨੋਇੰਟਿੰਗ ਦੇ ਅੰਡਰ ਹੋ। ਯਿਸੂ ਨੇ ਕਰੂਸ ਦੇ ਉੱਤੇ ਤੁਹਾਡੇ ਲਈ ਜਾਨ ਦਿੱਤੀ ਹੈ। ਉਹਨੇ ਕਰੂਸ ਦੇ ਉੱਤੇ ਫਿਰ ਸ਼ੈਤਾਨ ਨੂੰ ਹਰਾਇਆ ਆ। ਔਰ ਬਾਈਬਲ 'ਚ ਕੀ ਲਿਖਿਆ? ਜਿੱਥੇ ਦੋ ਜਨ ਮੌਜੂਦ ਹੈ, ਉੱਥੇ ਪਰਮੇਸ਼ਰ ਉੱਥੇ ਮੌਜੂਦ ਹੈ। ਇਧਰੋਂ ਦਾਊਦ ਨੇ ਵੀ ਉਹਨੂੰ ਹਰਾਇਆ, ਗੋਲੀਅਤ ਨੂੰ, ਔਰ ਉਧਰ ਯਿਸੂ ਨੇ ਵੀ ਉਹਨੂੰ ਕਰੂਸ ਦੇ ਉੱਤੇ ਹਰਾ ਦਿੱਤਾ। ਹਾਲੇਲੂਇਆ। ਜਦੋਂ ਯਿਸੂ ਨੂੰ ਤੁਸੀਂ ਪਹਿਨੋਗੇ, ਜਦੋਂ ਉਹਦੇ ਆਪਣੇ ਪਾਪਾ ਦਾ ਅੰਗੀਕਾਰ ਕਰੋਗੇ, ਬੈਪਟਾਈਜ਼ ਕਰੋਗੇ, ਆਪਣੀ ਜ਼ਿੰਦਗੀ ਯਿਸੂ ਨੂੰ ਦਵੋਗੇ, ਉਹਦੀ ਅਨੋਇੰਟਿੰਗ, ਉਹਦੀ ਪਾਵਰ ਤੁਹਾਡੇ ਉੱਤੇ ਆਏਗੀ, ਔਰ ਉਹ ਬੰਧਨ ਟੁੱਟਣਗੇ। ਉਹ ਜੋ ਸ਼ੈਤਾਨ ਨੇ ਤੁਹਾਡੇ ਅੱਗੇ ਦੀਵਾਰਾਂ ਬਣਾ ਕੇ ਰੱਖੀਆਂ ਹੋਈਆਂ, ਉਹਨਾਂ ਨੂੰ ਤੋੜ ਕੇ ਤੁਸੀਂ ਗਰੋ ਕਰੋਗੇ ਯਿਸੂ ਦੇ ਨਾਮ ਦੇ ਵਿੱਚ। ਹਾਲੇਲੂਇਆ। ਹਾਲੇਲੂਇਆ। ਪ੍ਰੇਜ਼ ਦਾ ਲਾਰਡ, ਗਲੋਰੀ ਟੂ ਦਾ ਗॉड। ਕਿਉਂਕਿ ਕੋਈ ਉਸ ਪੀੜ੍ਹੀ ਦੇ ਨਾਲ, ਅਬਰਾਹਮ, ਇਸਾਕ, ਯਕੂਬ, ਦਾਊਦ, ਸੁਲੇਮਾਨ, ਸਭ ਨੂੰ ਦੇਖ ਲਓ, ਇਹ ਸਭ ਫਲਵੰਤ ਹੋਏ। ਕਿਉਂਕਿ ਸ਼ੈਤਾਨ ਇਸ ਪੀੜ੍ਹੀ ਦੇ ਅੱਗੇ ਕੰਮ ਨਹੀਂ ਕਰ ਸਕਦਾ। ਔਰ ਉਸੇ ਪੀੜ੍ਹੀ ਦੇ ਵਿੱਚ ਮੈਂ ਵੀ ਐਡ ਹੈ। ਉਸੇ 'ਚ ਜਿਹੜਾ ਯਿਸੂ ਦਾ ਬਣ ਗਿਆ, ਜਿਹੜਾ ਯਿਸੂ ਦੇ ਖੂਨ ਦੇ ਨਾਲ ਧੋਤਾ ਗਿਆ, ਉਹ ਉਸ ਪੀੜ੍ਹੀ 'ਚ ਐਡ ਹੋ ਜਾਂਦਾ ਆ। ਔਰ ਸ਼ੈਤਾਨ ਉਹਦੇ ਅੱਗੇ ਕੁਝ ਵੀ ਨਹੀਂ ਕਰ ਸਕਦਾ। ਹਾਲੇਲੂਇਆ। ਹਾਲੇਲੂਇਆ। ਫਿਰ ਤੁਸੀਂ ਆਪਣੀਆਂ ਬਲੇਸਿੰਗਸ ਆਪੇ ਹੀ ਲੈ ਕੇ ਆਉਂਗੇ। ਤੁਹਾਨੂੰ ਜੋ ਚੀਜ਼ ਚਾਹੀਦੀ ਹੋਊਗੀ, ਇਹ ਮੇਰੀ ਹੈ। ਆ ਜਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਪਰਮੇਸ਼ਵਰ ਤੁਹਾਨੂੰ ਇਦਾਂ ਦਾ ਬਣਾ ਦੂਗਾ। ਫਿਰ ਤੁਸੀਂ ਡਰਨ ਵਾਲੇ ਨਹੀਂ ਹੋਵੋਗੇ ਸਾਊਲ ਦੀ ਤਰ੍ਹਾਂ ਕਿ ਇੱਕ ਪ੍ਰੋਬਲਮ ਆਈ ਔਰ ਡਰ ਗਏ, ਹਾਏ ਇਹ ਕਿੱਦਾਂ ਹੋਊਗਾ। ਨਾ,
ਤੁਹਾਡੇ ਅੰਦਰ ਇੰਨੀ ਪਾਵਰ ਹੋਊਗੀ, ਇੰਨਾ ਜੋਸ਼ ਹੋਊਗਾ, ਪਰਮੇਸ਼ਵਰ ਦੀ ਅੱਗ ਹੋਊਗੀ, ਪਰਮੇਸ਼ਵਰ ਦੀ ਤਾਕਤ ਹੋਊਗੀ ਕਿ ਤੁਸੀਂ ਉਸ ਦੇ ਅੱਗੇ, ਜੇ ਬਿਮਾਰੀ ਆ ਤੇ ਬਿਮਾਰੀ ਦੇ ਅੱਗੇ ਜਾਓਗੇ ਯੀਸ਼ੂ ਦੇ ਨਾਂ ਦੇ ਵਿੱਚ, ਔਰ ਉਹਨੂੰ ਜਾਣਾ ਹੀ ਪੈਣਾ ਆ। ਹਾਲੇਲੂਇਆ। ਅਬ ਸਾਰੇ ਸਭ ਜਣ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਜਾਵਾਂਗੇ, ਦੁਆ ਕਰਾਂਗੇ। ਅੱਜ ਸ਼ੈਤਾਨ ਤੁਹਾਡਾ ਗੁਲਾਮ ਹੈ, ਔਰ ਉਸ ਗੁਲਾਮ